Hello, dear students. Good morning. How are you? Today we are going to take a pledge before starting our work. Now, let's start. Pledge. I, Satvinder Kaur, committed to be vigilant and bear in mind at all time the risk to myself and my colleagues from COVID-19. I promise to take unnecessary precautions that prevent the spread of this deadly virus. I promise to follow and encourage others to follow the key COVID appropriate behavior, to always wear a mask, face cover, especially when in public places, to maintain a minimum distance of 6 feet from others, to wash my hands frequently and thoroughly with soap and water. Together we will win this fight against COVID-19. 10th grade ਬੱਚੇ ਅੱਜ ਆਪਾਂ ਕਰਾਂਗੇ ਪੱਤਾ। ਤੁਹਾਨੂੰ ਪਤਾ ਕਿ ਤੁਸੀਂ 9th ਕਲਾਸ ਦੇ ਵਿੱਚ ਵੀ ਇਹ ਸਟੋਰੀ ਨੂੰ ਪਹਿਲਾਂ ਇੱਕ ਵਾਰ ਚੰਗੀ ਤਰ੍ਹਾਂ ਪੜ੍ਹਿਆ, ਬਟ ਆਪਾਂ ਸਿਲੇਬਸ ਅਕੋਰਡਿੰਗ ਇੱਕ ਵਾਰ ਫਿਰ ਤੋਂ ਦੁਬਾਰਾ ਰਿਵਾਈਜ਼ ਕਰ ਰਹੇ ਹਾਂ ਤੇ ਇਸ ਰਿਲੇਟਡ ਮੈਂ ਤੁਹਾਨੂੰ AV ਤੇ ਰਿਟਨ ਅਸਾਈਨਮੈਂਟ ਦੁਬਾਰਾ ਤੋਂ ਦਵਾਂਗੀ। ਤੁਸੀਂ ਆਪਣੀ ਰਿਟਨ ਅਸਾਈਨਮੈਂਟਸ ਨੂੰ ਕੀ ਕਰਨਾ ਹੈ, ਆਪਣੀ ਫੇਅਰ ਨੋਟਬੁੱਕ ਤੇ ਕਰਨਾ ਹੈ। ਚਲੋ ਆਪਾਂ ਇਹਦੀ ਸਟੋਰੀ ਬਾਰੇ ਦੇਖਦੇ ਹਾਂ। ਪੱਤਾ ਜਿਹਨੂੰ ਕਿ ਸੰਤ ਸਿੰਘ ਸਿੱਖੋਂ ਨੇ ਲਿਖਿਆ ਹੋਇਆ ਹੈ। ਆਪਾਂ ਇਹਦਾ ਪਹਿਲਾਂ ਸਾਰ ਪੜ੍ਹਦੇ ਹਾਂ ਸ਼ਾਰਟ ਦੇ ਵਿੱਚ। ਹਰਨਾਮ ਸਿੰਘ ਦੀ ਉਦਾਸੀ ਦਾ ਕਾਰਨ। ਇਸ ਕਹਾਣੀ ਵਿੱਚ ਕਹਾਣੀਕਾਰ ਨੇ ਪੇਂਡੂ ਜੀਵਨ ਦਾ ਸਥਾਰਨਤਾ ਦੀ ਝਲਕ ਪਾਈ ਹੈ ਅਤੇ ਪੰਜਾਬ ਦੇ ਕਿਸਾਨੀ ਜੀਵਨ ਅਤੇ ਯਥਾਰਥ ਨੂੰ ਪੇਸ਼ ਕਰਦਿਆਂ ਦੱਸਿਆ ਹੈ ਕਿ ਹਰਨਾਮ ਸਿੰਘ ਤੇ ਉਸ ਦਾ ਪਿਤਾ ਕਿਸਾਨ ਹਨ। ਠੀਕ ਹੈ, ਕੌਣ ਕੌਣ? ਹਰਨਾਮ ਸਿੰਘ ਅਤੇ ਉਸ ਦਾ ਪਿਤਾ ਕੀ ਹੈ? ਕਿਸਾਨ ਹਨ, ਜੋ ਤੜਕਸਾਰ ਭਾਵ ਸਵੇਰੇ ਤੜਕੇ ਆਪਣੇ ਖੇਤਾਂ ਵਿੱਚ ਹਲ ਵਾਹੁਣ ਲਈ ਚਲੇ ਜਾਂਦੇ ਹਨ। ਉਹਨਾਂ ਦਾ ਪੱਤਾ ਘਰ ਵਿੱਚ ਕੋਈ ਨਾ ਕੋਈ ਤ੍ਰਿਮਤ ਲੈ ਕੇ ਮਗਰੋਂ ਖੇਤਾਂ ਵਿੱਚ ਆ ਜਾਂਦੀ ਹੈ, ਭਾਵ ਕਿ ਕੋਈ ਨਾ ਕੋਈ ਤੀਵੀਂ, ਭਾਵੇਂ ਉਹਨਾਂ ਦੀ ਕੁੜੀ ਹੈ, ਭਾਵੇਂ ਉਹਨਾਂ ਦੀ ਵਾਈਫ ਹੈ, ਠੀਕ ਹੈ, ਮਾਂ ਹੈ, ਜੋ ਕੋਈ ਵੀ ਹੈ, ਕਹਿੰਦੇ ਕੋਈ ਵੀ ਤ੍ਰਿਮਤ ਖੇਤਾਂ ਵਿੱਚ ਕੀ ਹੈ, ਪੱਤਾ ਲੈ ਕੇ ਆ ਜਾਂਦੀ ਹੈ। ਕਹਾਣੀ ਦੇ ਸ਼ੁਰੂ ਵਿੱਚ ਹਰਨਾਮ ਸਿੰਘ ਦੀ ਮਾਂ ਉਸ ਦੀ ਭੈਣ ਨਾਮੋ ਨੂੰ, ਜੋ ਕਿ ਕਾਫੀ ਦਿਨ ਚੜੇ ਤੱਕ ਸੁੱਤੀ ਪਈ ਹੈ, ਉਸਨੂੰ ਗੁੱਸੇ ਨਾਲ ਜਗਾਉਂਦੀ ਹੈ ਤੇ ਖੇਤਾਂ ਵਿੱਚ ਪਿਓ ਤੇ ਭਰਾ ਨੂੰ ਪੱਤਾ ਲੈਣ ਲਈ ਕਹਿੰਦੀ ਹੈ ਕਿ ਜਾ ਤੂੰ ਉੱਠ ਖੜ ਤੇ ਖੇਤਾਂ ਵਿੱਚ ਪੱਤਾ ਦੇ ਆ। ਮਾਂ ਦੀਆਂ ਗਾਲਾਂ ਸੁਣ ਕੇ ਨਾਮੋ ਆਪਣਾ ਬਿਸਤਰਾ ਇਕੱਠਾ ਕਰਕੇ ਸੁੱਤੀ ਉੱਠਦੀ ਹੈ, ਥੱਲੇ ਆ ਕੇ ਪਾਣੀ ਦੇ ਗਲਾਸ ਨਾਲ ਮੂੰਹ ਹੱਥ ਧੋ ਕੇ ਆਲੇ ਵਿੱਚੋਂ ਆਪਣੀ ਰੋਟੀ ਤੇ ਦਹੀਂ ਦਾ ਕੌਲਾ ਖਾ ਕੇ ਪਿਓ ਅਤੇ ਭਰਾ ਲਈ ਪੱਤਾ ਲੈ ਕੇ ਜਾਣ ਲਈ ਕੀ ਆ ਤੁਰ ਪੈਂਦੀ ਹੈ ਅਤੇ ਉਹਨਾਂ ਦੀ ਗਵਾਂਢਣ ਉਸਨੂੰ ਕਹਿੰਦੀ ਹੈ ਕਿ ਪੀਤੋ ਨੂੰ ਵੀ ਪੱਤਾ ਲੈਣ ਲਈ ਕੀ ਆ ਨਾਲ ਲੈ ਜੀ। ਕੀ ਕਹਿੰਦੀ ਹੈ? ਉਹਨਾਂ ਦੀ ਗਵਾਂਢਣ ਵੀ ਕਹਿੰਦੀ ਹੈ ਕਿ ਜਿਹੜੀ ਸਾਡੀ ਪੀਤੋ ਆ ਤੇ ਉਹਨੂੰ ਵੀ ਤੂੰ ਕੀ ਲੈ ਜੀ ਨਾਲ, ਪੱਤਾ ਲੈਣ ਲਈ ਲੈ ਜੀ। ਠੀਕ ਹੈ, ਨਾਮ ਨੂੰ ਕਹਿ ਰਹੀ ਹੈ। ਉੱਧਰ ਖੇਤਾਂ ਵਿੱਚ ਹਰਨਾਮ ਸਿੰਘ ਨੂੰ ਉਸਦੇ ਪਿਓ ਦੇ ਨਾਲ ਖੇਤਾਂ ਵਿੱਚ ਹਲ ਵਾਉਂਦੀਆਂ ਤੇ ਸਿਆੜ ਕੱਢਦੇ ਆਪਣੇ ਪੱਤੇ ਅਤੇ ਪੱਤਾ ਲੈ ਕੇ ਆਉਣ ਵਾਲੀ ਉਸਦੀ ਤ੍ਰਿਮਤ ਦਾ ਬੜੀ ਬੇਸਬਰੀ ਨਾਲ ਕੀ ਹੈ ਇੰਤਜ਼ਾਰ ਹੁੰਦਾ। ਜਦੋਂ ਦੇਖੋ ਖੇਤਾਂ ਵਿੱਚ ਉਹ ਹਲ ਵਾਉਂਦੇ ਨੇ, ਉਹਨਾਂ ਨੂੰ ਬਹੁਤ ਐਕਸਾਈਟਮੈਂਟ ਹੁੰਦੀ ਹੈ ਕਿ ਉਹਦੀ ਘਰ ਵਾਲੀ ਕਦੋਂ ਖਾਣ ਲਈ ਰੋਟੀ ਲੈ ਕੇ ਆਏਗੀ, ਭਾਵ ਕਿ ਪੱਤਾ ਰੋਟੀ। ਠੀਕ ਹੈ, ਇੱਕ ਬੋਈਏ ਦੇ ਵਿੱਚ ਜਿੱਦਾਂ ਕਿ ਦਹੀਂ ਨਾਲ ਗੰਢੇ, ਠੀਕ ਹੈ, ਤੇ ਨਾਲ ਰੋਟੀ ਜਦੋਂ ਬੰਨ ਕੇ ਲੈ ਕੇ ਆਉਂਦੇ ਹੁੰਦੇ ਸੀ ਨਾ ਖੇਤਾਂ ਦੇ ਵਿੱਚ ਦੇਣ ਵਾਸਤੇ, ਉਹਨੂੰ ਅਸੀਂ ਕੀ ਕਹਿੰਦੇ ਸੀ? ਪੱਤਾ ਕਹਿੰਦੇ ਸੀ। ਉਹ ਦੂਰ ਪਿੰਡਾਂ ਵੱਲੋਂ ਪੱਤਾ ਲੈ ਕੇ ਆ ਰਹੀਆਂ ਔਰਤਾਂ ਵਿੱਚ ਆਪਣੀ ਤ੍ਰਿਮਤ ਨੂੰ ਲੱਭਦਾ ਹੈ, ਪਰ ਉਸ ਸਮੇਂ ਉਸਦੇ ਹੱਥ ਨਿਰਾਸ਼ਤਾ ਹੀ ਲੱਗਦੀ ਹੈ ਜਦੋਂ ਕੋਈ ਹੋਰ ਨਿਕਲਦੀ ਹੈ, ਕਿਉਂਕਿ ਤੜਕਸਾਰ ਤੋਂ ਉੱਠ ਕੇ ਖੇਤਾਂ ਨੂੰ ਰੁੱਖ ਕਰ ਲੈਣ ਤੇ ਉਸ ਦਾ ਪਿਆਰ ਵੀ ਅਧੂਰਾ ਰਹਿ ਜਾਂਦਾ ਹੈ ਤੇ ਉਹ ਆਪਣੀ ਤ੍ਰਿਮਤ ਦਾ ਚਿਹਰਾ ਵੇਖਣ ਲਈ ਕੀ ਹੈ ਤਰਸ ਰਿਹਾ ਹੈ। ਉਸ ਦਾ ਖੇਤਾਂ ਵਿੱਚ ਪੱਤਾ ਨਾ ਲੈ ਕੇ ਆਉਣ ਤੇ ਉਹ ਉਦਾਸ ਹੋ ਜਾਂਦਾ ਹੈ ਤੇ ਆਪਣੀ ਨਾਰਾਜ਼ਗੀ ਵਿਚਾਲੇ ਬਲਦਾਂ ਤੇ ਮਾਰ ਜਾਂ ਵਿੰਗੇ ਸਿੱਧੇ ਸਿਆੜ ਕੱਢ ਕੇ ਕੀ ਆ ਕੱਢਦਾ। ਉਹਨੂੰ ਬਹੁਤ ਗੁੱਸਾ ਆਉਂਦਾ ਕਿ ਸਾਰੀਆਂ ਘਰ ਵਾਲੀਆਂ ਆਪਣੇ ਘਰ ਵਾਲਿਆਂ ਵਾਸਤੇ ਪੱਤਾ ਲੈ ਕੇ ਆ ਰਹੀਆਂ, ਬਟ ਮੇਰੀ ਤ੍ਰਿਮਤ ਕਦੇ ਵੀ ਮੈਨੂੰ ਕਿਤੇ ਵੀ ਦਿਖਾਈ ਨਹੀਂ ਦੇ ਰਹੀ। ਬਾਪੂ ਵੱਲੋਂ ਉਹਨਾਂ ਦੀ ਉਦਾਸੀ ਸਮਝਣਾ। ਬਾਪੂ ਉਸ ਦਾ ਉਤਰਿਆ ਚਿਹਰਾ ਵੇਖ ਕੇ ਸਮਝ ਜਾਂਦਾ ਹੈ। ਨਾਮੋ ਨੂੰ ਆਖਦਾ ਹੈ ਕਿ ਮਾਂ ਨੂੰ ਕਿਹਾ ਕਰੇ ਕਿ ਭਾਬੀ ਨੂੰ ਪੱਤਾ ਦੇ ਕੇ ਭੇਜਿਆ ਕਰੇ। ਫਿਰ ਉਹ ਨਾਮੋ ਨੂੰ ਕੀ ਕਹਿੰਦਾ? ਉਹਦਾ ਬਾਪੂ ਕਹਿੰਦਾ ਕਿ ਤੂੰ ਭਾਵੇਂ ਘੱਟ ਖੇਤਾਂ 'ਚ ਆਇਆ ਕਰ, ਆਪਣੀ ਭਾਬੀ ਨੂੰ ਕੀ ਹੈ ਪੱਤਾ ਦੇ ਕੇ ਭੇਜਿਆ ਕਰ। ਪਰ ਅੱਗੋਂ ਨਾਮੋ ਆਖਦੀ ਹੈ ਕਿ ਭਾਬੀ ਅੱਜ ਦਾਣਾ ਦਲਦੀ ਹੈ, ਤਾਂ ਬਾਪੂ ਕਹਿੰਦਾ ਹੈ ਕਿ ਉਹ ਦਾਣਾ ਆਪੇ ਦੜ ਲੈਂਦੇ ਅਤੇ ਨਾਲ ਹੀ ਕਹਿੰਦਾ ਹੈ ਕਿ ਮਾਂ ਨੂੰ ਕਹੇ ਕਿ ਛੋਲੇ ਸੁੱਕਣੇ ਪਾ ਛੱਡਿਓ, ਉਹ ਅੱਜ ਕੀ ਆ ਦਲ ਦੇਣਗੇ। ਠੀਕ ਹੈ, ਨੈਕਸਟ ਕੀ ਹੈ ਬੱਚਿਓ? ਹਰਨਾਮ ਸਿੰਘ ਨੂੰ ਉਸਦਾ ਬਾਪੂ ਬਹੁਤ ਚੰਗਾ ਲੱਗਣਾ। ਫਿਰ ਜਿਹੜਾ ਹਰਨਾਮ ਸਿੰਘ ਦੇ ਪੱਖ ਵਿੱਚ ਜਦੋਂ ਉਸਦਾ ਬਾਪੂ ਗੱਲ ਕਰਦਾ ਹੈ ਤਾਂ ਹਰਨਾਮ ਸਿੰਘ ਨੂੰ ਜਿਹੜਾ ਉਹਦਾ ਬਾਪੂ ਹੈ ਬਹੁਤ ਹੀ ਜ਼ਿਆਦਾ ਚੰਗਾ ਲੱਗਦਾ ਹੈ। ਜਿਸ ਸਮੇਂ
ਜਿਸ ਸਮੇਂ ਪਿਓ ਤੇ ਹਰਨਾਮ ਦੇ ਅੰਦਰਲੇ ਹਾਵ ਭਾਵ ਨੂੰ ਸਮਝ ਲਿਆ ਤਾਂ ਉਸਦਾ ਪੱਖ ਪੂਰਦਿਆਂ ਕਿਹਾ ਕਿ ਮਾਂ ਨੂੰ ਕਹੀਂ ਅੱਗੋਂ ਤੋਂ ਭਾਬੀ ਨੂੰ ਪੱਤਾ ਦੇ ਕੇ ਭੇਜਿਆ ਕਰੇ। ਤੇ ਹਰਨਾਮ ਸਿੰਘ ਨੂੰ ਆਪਣਾ ਬਾਪੂ ਬਹੁਤ ਜ਼ਿਆਦਾ ਚੰਗਾ ਲੱਗਦਾ ਹੈ। ਉਦੋਂ ਆਪਣੇ ਵਿਆਹ ਵਾਲਾ ਦਿਨ ਵੀ ਆਜ਼ਾਦ ਆ ਜਾਂਦਾ ਹੈ ਤੇ ਕੱਪੜਿਆਂ ਲਈ 30 ਰੁਪਏ ਦੇ ਦਿੱਤੇ ਸਨ। ਪਰ ਉਸਦੀ ਮਾਂ ਬੋਲੋ ਕੌੜ ਕਸੇਲਾ ਬੋਲਦੀ ਆ, ਜੱਟ ਝੱਟ ਕੀ ਆ ਉਸਨੂੰ ਯਾਦ ਆਉਣ ਲੱਗ ਜਾਂਦਾ। ਭਾਵ ਕਿ ਉਹਨੂੰ ਜਿਹੜਾ ਆਪਦਾ ਬਾਪੂ ਆ ਨਰਮ ਦਿਲ ਦਾ ਲੱਗਦਾ, ਪਰੰਤੂ ਜਿਹੜੀ ਉਸਦੀ ਮਾਂ ਹੈ ਬਹੁਤ ਹੀ ਕੀ ਆ ਕੌੜ ਸੁਭਾਅ ਦੀ ਹੈ। ਪੀਤੋ ਨੂੰ ਉਸਦੇ ਭਾਬੀ ਬਾਰੇ ਪੁੱਛਣਾ। ਨਾਮੋ ਦੇ ਪਿਓ ਨੇ ਉਸਦੀ ਸਹੇਲੀ ਪੀਤੋ ਨੂੰ ਪੁੱਛਿਆ ਕਿ ਤੇਰੀ ਭਾਬੀ ਖੇਤਾਂ ਵਿੱਚ ਪੱਤਾ ਦੇਣ ਨਹੀਂ ਜਾਂਦੀ, ਤਾਂ ਉਸਨੇ ਨਾ ਵਿੱਚ ਜਵਾਬ ਦਿੱਤਾ। ਨਾਲ ਹੀ ਉਸਦੇ ਪਿਓ ਨੇ ਕਿਹਾ ਕਿ ਉਹ ਪੜ੍ਹੇ ਲਿਖੇ ਦੀ ਬਹੂ ਹੈ, ਇਸ ਲਈ ਰੋਟੀ ਲੈ ਕੇ ਨਹੀਂ ਜਾਂਦੀ। ਠੀਕ ਹੈ। ਪੀਤੋ ਹੋਰਾਂ ਦੇ ਖੇਤ ਪੱਤਾ ਲੈ ਕੇ ਜਾਣਾ। ਨਾਮੋ ਹੋਰਾਂ ਦੇ ਖੇਤ ਵਿੱਚ ਪੱਤਾ ਦੇ ਕੇ ਉਹ ਦੋਵੇਂ ਪੀਤੋ ਖੇਤਾਂ ਵੱਲ ਨੂੰ ਚੱਲ ਪਈਆਂ। ਰਾਹ ਵਿੱਚ ਨਾਮੋ ਨੂੰ ਇੱਕ ਤਰਕੀਬ ਸੁੱਝੀ ਤੇ ਉਸਨੇ ਪੀਤੋ ਨੂੰ ਕਿਹਾ ਕਿ ਕੱਲ ਤੂੰ ਵੀ ਆਪਣੀ ਭਾਬੀ ਨੂੰ ਲੈ ਕੇ ਆਵੀਂ ਤੇ ਮੈਂ ਵੀ ਆਪਣੀ ਭਾਬੀ ਨੂੰ ਨਾਲ ਲੈ ਕੇ ਰੋਟੀ ਦੇਣ ਆਵਾਂਗੇ। ਪੀਤੋ ਨੂੰ ਗੱਲ ਕੁਝ ਜੱਚ ਗਈ, ਪਰ ਉਸਨੇ ਕਿਹਾ ਕਿ ਮੇਰੀ ਮਾਂ ਨੇ ਤੁਹਾਨੂੰ ਦੋਹਾਂ ਨੂੰ ਨਹੀਂ ਤੋਰਨਾ। ਠੀਕ ਹੈ। ਉਹ ਤਾਂ ਚਾਹੁੰਦੀਆਂ ਸੀਗੀਆਂ ਕਿ ਆਪਣੇ ਭਾਬੀਆਂ ਨੂੰ ਲੈ ਕੇ ਆਵੇ, ਬਟ ਉਹ ਕੀ ਆ ਮਾਂ ਤੋਂ, ਆਪਣੀਆਂ ਮਾਵਾਂ ਤੋਂ ਡਰਦੀਆਂ ਸਨ। ਜਦੋਂ ਪੱਤਾ ਲੈ ਕੇ ਪੀਤੋ ਦੇ ਖੇਤਾਂ ਵੱਲ ਪਹੁੰਚਦੀਆਂ ਹਨ ਤਾਂ ਬਾਪੂ ਦੇ ਕਾਮੇ ਹਲਵਾ ਰਹੇ ਸਨ। ਉਸ ਨੂੰ ਵੇਖ ਕੇ ਸਭ ਖੁਸ਼ ਹੋ ਗਏ ਤੇ ਬੜੇ ਪਿਆਰ ਨਾਲ ਪੁਚਕਾਰਿਆ। ਠੀਕ ਹੈ। ਇਹ ਵੇਖ ਕੇ ਨਾਮੋ ਕੁਝ ਉਦਾਸ ਹੋ ਗਈ। ਇਹ ਵੇਖ ਕੇ ਨਾਮੋ ਕੁਝ ਉਦਾਸ ਹੋ ਗਈ ਕਿ ਉਸ ਨੂੰ ਕੋਈ ਪਿਆਰ ਨਹੀਂ ਕਰਦਾ ਤੇ ਨਾ ਹੀ ਉਸਦੀ ਕੋਈ ਪਰਵਾਹ ਕਰਦਾ ਹੈ। ਠੀਕ ਹੈ। ਉਸ ਨੂੰ ਫੀਲ ਹੋਇਆ ਪੀਤੋ ਦਾ ਥੱਕ ਜਾਣਾ। ਪੱਤਾ ਲੈ ਕੇ ਵਾਪਸ ਮੁੜਨ ਤੇ ਨਾਮੋ ਤੇ ਪੀਤੋ ਨੂੰ ਭੱਲ ਕੇ ਫਿਰ ਪੱਤਾ ਲੈ ਕੇ ਆਉਣ ਲਈ ਪੁੱਛਿਆ ਤਾਂ ਉਸਨੇ ਨਾ ਕਰ ਦਿੱਤੀ ਕਿ ਉਹ ਤਾਂ ਅੱਜ ਵੀ ਥੱਕ ਗਈ ਹੈ ਤੇ ਕੁਝ ਸਮਾਂ ਬਹਿ ਜਾਈਏ। ਰਸਤੇ ਵਿੱਚ ਇੱਕ ਟਾਹਲੀ ਥੱਲੇ ਬਹਿ ਕੇ ਆਰਾਮ ਕਰਨ ਲੱਗ ਪਈਆਂ। ਨਾਮੋ ਉਸਨੂੰ ਕਹਿੰਦੀ ਹੈ ਕਿ ਤੂੰ ਵੀ ਬੜੀ ਥੱਕ ਚੁੱਕੀ ਹੈ, ਮੈਂ ਤਾਂ ਕੋ ਤੁਰ ਕੇ ਨਾ ਥੱਕਾਂ। ਪਰ ਉਹਨੇ ਕਿਹਾ ਭੈਣੇ ਮੈਂ ਤਾਂ ਥੱਕ ਗਈ ਹਾਂ, ਮੇਰਾ ਤਾਂ ਜਾਣੀ ਸਿਰ ਘੁੰਮਦਾ। ਠੀਕ ਹੈ। ਸਹੇਲੀਆਂ ਵਾਲਾ ਪਿਆਰ ਅਤੇ ਗੱਲਬਾਤ। ਫਿਰ ਉਹ ਦੋਵੇਂ ਆਪਸ ਵਿੱਚ ਗੱਲਾਂ ਕਰਦੀਆਂ ਹਨ। ਨਾਮੋ ਦੱਸਦੀ ਹੈ ਕਿ ਉਸਦੀ ਭਾਬੀ ਨੇ ਬਾਗਲਾ ਲੈਣਾ ਹੈ। ਮਾਂ ਕਹਿੰਦੀ ਹੈ ਕਿ ਆਪਣਾ ਚਰਖਾ ਲੈ ਕੇ ਕੱਤਿਆ ਕਰੀ ਕਿ ਕਦੇ ਤੁਹਾਡੇ ਘਰ ਛੋਪ ਪਾ ਲਿਆ ਕਰਾਂਗੇ, ਕਦੇ ਸਾਡੇ। ਪਰ ਪੀਤੂ ਨੇ ਕਿਹਾ ਤੁਹਾਡੇ ਘਰ ਭੈਣੇ ਤੇਰੀ ਕੀ ਕਹਿੰਦੀ ਹੈ ਕਿ ਤੇਰੀ ਮਾਂ ਤੋਂ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ, ਤੂੰ ਸਾਡੇ ਘਰ ਹੀ ਆ ਜਾਇਆ ਕਰੀ। ਫਿਰ ਆਪਸ ਵਿੱਚ ਸਾਂਝ ਪਾ ਲੈਂਦੀਆਂ ਹਨ ਕਿ ਉਹ ਕਦੇ ਇੱਕ ਤੇ ਕਦੇ ਦੂਜੇ ਘਰ ਕੀ ਆ ਬਹਿ ਕੇ ਚਰਖਾ ਕੱਤਿਆ ਕਰਾਂਗੀਆਂ। ਠੀਕ ਹੈ। ਫਿਰ ਉਹ ਆਪਣੀਆਂ ਭਾਬੀਆਂ ਬਾਰੇ ਗੱਲਾਂ ਕਰਦੀਆਂ ਅਤੇ ਉਹਨਾਂ ਦੀਆਂ ਭਾਬੀਆਂ ਕਿਹੋ ਜਿਹੇ ਸੁਭਾਅ ਦੀਆਂ ਹਨ, ਉਹਨਾਂ ਨਾਲ ਕਿਵੇਂ ਰਹਿੰਦੀਆਂ ਨੇ। ਆਪਸ ਵਿੱਚ ਗੱਲਾਂ ਕਰਦੀਆਂ ਕਿ ਤੇਰੀ ਭਾਬੀ ਦੀ ਕਿਵੇਂ ਦੀ ਹੈ, ਤੇਰੀ ਭਾਬੀ ਕਿਵੇਂ ਦੀ ਹੈ। ਠੀਕ ਹੈ। ਜਰਨੈਲੀ ਸੜਕ ਨੂੰ ਪਾਰ ਕਰਨਾ। ਹੁਣ ਜਦੋਂ ਉੱਠ ਕੇ ਆਪਣੇ ਘਰਾਂ ਨੂੰ ਵਾਪਸ ਚੱਲਦੀਆਂ ਹਨ ਤਾਂ ਰਾਹ ਵਿੱਚ ਪੈਂਦੀ ਜਰਨੈਲੀ ਸੜਕ ਨੂੰ ਪਾਰ ਕਰਦੇ ਉਹਨਾਂ ਨੂੰ ਡਰ ਲੱਗ ਰਿਹਾ ਸੀ, ਕਿਉਂਕਿ ਉਸ ਸੜਕ ਦੇ ਬਾਰੇ ਉਹਨਾਂ ਨੇ ਬਹੁਤ ਜ਼ਿਆਦਾ ਸੁਣਿਆ ਸੀ। ਉਹ ਸੜਕ ਤੇ ਕਈ ਤਰ੍ਹਾਂ ਦੇ ਲੋਕ ਜਿਹੜੇ ਹੈਗੇ ਨੇ ਜੰਗਲੀ ਨੇ ਅਤੇ ਰਾਸ਼ੇ ਲੰਘਦੇ ਹਨ ਜੋ ਨਿਆਣਿਆਂ ਨੂੰ ਫੜ ਕੇ ਕੀ ਆ ਲੈ ਜਾਂਦੇ ਹਨ। ਉਹਨਾਂ ਨੂੰ ਆਪਣੇ ਮਗਰੇ ਇੱਕ ਬੁੱਢੀ ਆਉਂਦੀ ਦਿਸਦੀ ਏ। ਠੀਕ ਹੈ। ਜਦੋਂ ਗੱਲਾਂ ਕਰ ਰਹੇ ਆ ਤੇ ਉਹਨਾਂ ਨੂੰ ਆਪਣੇ ਪਿੱਛੇ ਇੱਕ ਬੁੱਢੀ ਆਉਂਦੀ ਦਿਸੀ ਤਾਂ ਉਹਨਾਂ ਨੇ ਉਸ ਦਾ ਸਾਥ ਕਰਕੇ ਸੜਕ ਪਾਰ ਕਰਨ ਦਾ ਮਨ ਬਣਾਇਆ। ਪਹਿਲਾਂ ਤਾਂ ਬੁੱਢੀ ਨੇ ਖਿੱਚ ਕੇ ਉਹਨਾਂ ਨੂੰ ਕਿਹਾ, ਨੀ ਤੁਹਾਨੂੰ ਕੌਣ ਚੱਕੀ ਜਾਂਦਾ ਸੀ, ਰੂਹਾਂ ਜਾਂਦੀਆਂ ਨੂੰ ਸੜਕ ਚੋਂ। ਉਹਨਾਂ ਨੇ ਕਿਹਾ ਹਾਂ ਲੈ ਜਾਵੇਗਾ। ਤਾਂ ਬੁੱਢੀ ਨੇ ਕਿਹਾ ਚਲੋ ਧੀਏ ਚਲੋ। ਠੀਕ ਹੈ ਬੱਚੇ, ਇਹ ਤੁਹਾਡੀ ਸੀਗੀ ਅੱਜ ਦੀ ਸਟੋਰੀ। ਇਸ ਦੇ ਰਿਲੇਟਡ ਆਪਾਂ ਜਿਹੜੀ ਅਸਾਈਨਮੈਂਟ ਹੈ ਜਿਨ੍ਹਾਂ ਨੇ ਕੰਪਲੀਟ ਨਹੀਂ ਕੀਤੀ ਮੈਂ ਦਵਾਂਗੀ, ਤੇ ਸਾਰਿਆਂ ਨੇ 10th ਕਲਾਸ ਦੀ ਨੋਟਬੁੱਕ ਜਿਹੜੀ ਨਿਊ ਹੈਗੀ ਆ ਸਾਰਿਆਂ ਨੇ ਜਿਹੜੀ ਮੈਂ ਅਸਾਈਨਮੈਂਟ ਤੁਹਾਨੂੰ AV ਤੇ ਰਿਟਨ ਦੇ ਰਹੀ ਹਾਂ, ਤੁਸੀਂ ਰਿਟਨ ਅਸਾਈਨਮੈਂਟ ਜ਼ਰੂਰ ਕਰਨੀ ਹੈ। ਫਸਟ ਕੁਐਸਚਨ ਜਿੱਦਾਂ ਲਾਈਨਾਂ ਤੁਹਾਨੂੰ ਦਿੱਤੀਆਂ ਨੇ ਬੱਚੇ, ਮੈਂ ਵੀ ਜਗਾਉਂਦੀ ਨਹੀਂ ਅੱਜ ਰੋਟੀ ਤੇ ਲਿਜਾਣੀ ਹੈ ਤਾਂ ਆਪੇ ਲੈ ਜੀ, ਜਦੋਂ ਤੇਰਾ ਜੀ ਕਰੂ ਉੱਥੇ ਤੇਰਾ ਪਤੰਦਰ ਤੈਨੂੰ ਸਮਾਰੂ। ਫਸਟ ਕੁਐਸਚਨ ਹੈ ਇਹ ਸ਼ਬਦ ਕਿਸਨੇ ਕਿਸ ਨੂੰ ਕਹੇ। ਇਹ ਸ਼ਬਦ ਨਾਮੋ ਦੀ ਮਾਂ ਨੇ ਨਾਮੋ ਨੂੰ ਆਵਾਜ਼ਾਂ ਮਾਰਦੇ ਹੋਏ ਕਹੇ ਜਦੋਂ ਥੋੜੇ ਕੀ ਉਹ ਕਰਾਰੇ ਸਵਾਦੀ ਹੈ। ਇਸ ਪਾਤਰ ਨੇ ਇਹ ਸ਼ਬਦ ਕਿਉਂ ਕਹੇ। ਕਹਾਣੀ ਵਿਚਲੇ ਪਾਤਰ ਨਾਮੋ ਦੀ ਮਾਂ ਨੇ ਇਹ ਸ਼ਬਦ ਨਾਮੋ ਨੂੰ ਇਸ ਲਈ ਕਹੇ ਸਨ ਕਿਉਂਕਿ ਉਹ ਕਾਫੀ ਦਿਨ ਚੜੇ ਸੁੱਤੀ ਪਈ ਰਹਿੰਦੀ ਸੀ ਅਤੇ ਖੇਤਾਂ ਵਿੱਚ ਕੰਮ ਕਰਦੇ ਉਸਦੇ ਬਾਪੂ ਅਤੇ ਭਰਾ ਨੂੰ ਰੋਟੀ ਲਈ ਕੀ ਆ ਬਹੁਤ ਜ਼ਿਆਦਾ ਦੇਰ ਹੋ ਜਾਂਦੀ ਸੀ। ਨੈਕਸਟ ਹੈ ਰੋਟੀ ਕਿਸ ਨੇ ਕਿੱਥੇ ਲੈ ਕੇ ਜਾਣੀ ਸੀ। ਨਾਮੋ ਨੇ ਰੋਟੀ ਖੇਤ ਵਿੱਚ ਕੰਮ ਕਰਦੇ ਉਸਦੇ ਬਾਪੂ ਭਰਾ ਨੂੰ ਲੈ ਕੇ ਜਾਣੀ ਸੀ, ਜੋ ਕਿ ਮਾਂ ਨੇ ਰੋਟੀਆਂ ਦਹੀਂ ਦੇ ਗੱਠੇ ਪਾਉਣੇ ਵਿੱਚ ਬੰਨ ਲੱਸੀ ਦੇ ਚੱਕਰੇ ਤੇ ਕੀ ਆ ਰੱਖ ਦਿੱਤੀਆਂ ਸਨ। ਇਹ ਸ਼ਬਦ ਬੋਲਣ ਵਾਲੇ ਪਾਤਰ ਦੇ ਸੁਭਾਅ ਤੇ ਚਾਨਣਾ ਪਾਓ। ਇਹ ਸ਼ਬਦ ਨਾਮੋ ਦੀ ਮਾਂ ਨੇ ਕਹੇ ਸਨ। ਉਹ ਕਰਾਰੇ ਸੁਭਾਅ ਦੀ ਇੱਕ ਬੁੱਢੀ ਔਰਤ ਸੀ। ਉਹ ਅਣਥੱਕ ਮਿਹਨਤੀ ਅਤੇ ਸਾਦਾ ਜੀਵਨ ਬਤੀਤ ਕਰਨ ਵਾਲੀ ਕੀ ਸੀ, ਇੱਕ ਘਰੇਲੂ ਲੇਡੀ ਸੀਗੀ, ਔਰਤ ਸੀ। ਠੀਕ ਹੈ।
ਨੈਕਸਟ ਹੈ ਸੈਕਿੰਡ ਕੁਐਸਚਨ। ਫਿਰ ਦੇਖੋ ਤੁਹਾਨੂੰ ਲਾਈਨਾਂ ਦਿੱਤੀਆਂ ਨੇ, ਇਹਦਾ ਫਰਸਟ ਕੁਐਸਚਨ ਕੀ ਬਣਦਾ, ਇਹ ਸ਼ਬਦ ਇਸ ਕਹਾਣੀ ਵਿੱਚੋਂ ਕਿਸ ਕਹਾਣੀ ਵਿੱਚੋਂ ਲਏ ਗਏ ਹਨ, ਇਸ ਕਹਾਣੀਕਾਰ ਦਾ ਨਾਂ ਦੱਸੋ। ਇਹ ਸ਼ਬਦ ਪੱਤਾ ਕਹਾਣੀ ਵਿੱਚੋਂ ਲਏ ਗਏ ਹਨ, ਇਸ ਕਹਾਣੀਕਾਰ ਦਾ ਨਾਂ ਕੀ ਹੈ, ਸੰਤ ਸਿੰਘ ਸੀਖੋ ਹੈ। ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਸਨ, ਇਹ ਸ਼ਬਦ ਨਾਮੋ ਦੇ ਬਾਪੂ ਨੇ ਨਾਮੋ ਦੀ ਸਹੇਲੀ ਕਿਹਨੂੰ ਕਹੇ ਸੀ, ਪੀਤੋ ਨੂੰ ਕਹੇ ਸਨ। ਪੀਤੋ ਦੀ ਭਾਬੀ ਕਿੱਥੇ ਰੋਟੀ ਨਹੀਂ ਲੈ ਕੇ ਜਾਂਦੀ ਸੀ, ਇਸ ਦੇ ਕਾਰਨ ਵਿਸਾਰ ਸਹਿਤ ਦੱਸੋ। ਪੀਤੋ ਦੀ ਭਾਬੀ ਖੇਤਾਂ ਵਿੱਚ ਰੋਟੀ ਨਹੀਂ ਲੈ ਕੇ ਜਾਂਦੀ ਸੀ ਕਿਉਂਕਿ ਪੀਤੋ ਦਾ ਭਰਾ ਕਾਲਜ ਵਿੱਚ ਪੜ੍ਹਦਾ ਸੀ ਤੇ ਉਸ ਦਾ ਬਾਪੂ ਕਾਮਿਆਂ ਨਾਲ ਖੇਤੀ ਕਰਦਾ ਤੇ ਕੀ ਕਰਦਾ ਸੀ, ਹਲ ਵਾਉਂਦਾ ਸੀ। ਠੀਕ ਹੈ ਬੱਚੇ। ਨੈਕਸਟ ਫਿਰ ਕੀ ਹੈ, ਫਿਰ ਤੁਹਾਨੂੰ ਜਿੱਦਾਂ ਕਿ ਲਾਈਨਾਂ ਦਿੱਤੀਆਂ, ਇਸ ਕਹੇ ਬਾਗ ਵਿੱਚ ਪੀਤੋ ਦਾ ਨਾਂ ਆਇਆ ਹੈ, ਇਸ ਕਹਾਣੀ ਵਿੱਚੋਂ ਕਿਹੋ ਜਿਹੀ ਪਾਤਰ ਹੈ। ਇਹ ਲਾਸਟ ਕੁਐਸਚਨ ਹੈ ਤੁਹਾਡਾ ਇਸ ਸੈਕਿੰਡ ਪਾਰਟ ਦਾ। ਪੀਤੋ ਕੋਈ 12 ਕੁ ਸਾਲਾਂ ਦੀ ਕੁੜੀ ਹੈ, ਉਹ ਆਪਣੀ ਸਹੇਲੀ ਨਾਮੋ ਨਾਲ ਖੇਤਾਂ ਵਿੱਚ ਆਪਣੇ ਬਾਪੂ ਨੂੰ ਰੋਟੀ ਲੈ ਕੇ ਜਾਂਦੀ ਹੈ। ਉਹ ਇੱਕ ਨਰਮ ਡਰਪੋਕ ਕਿਸਮ ਦੀ ਕੁੜੀ ਹੈ, ਉਹ ਵਹਿਮਾਂ ਭਰਮਾਂ ਵਿੱਚ ਫਸੀ ਹੋਈ ਹੈ। ਉਹ ਕਹਿੰਦੀ ਹੈ ਕਿ ਜਰਨੈਲੀ ਸੜਕ ਦੇ ਜਿਹੜੇ ਰਾਸਤੇ ਨੇ ਨਿਆਣਿਆਂ ਨੂੰ ਕੀ ਹੈ ਚੁੱਕ ਕੇ ਲੈ ਜਾਂਦੇ ਹਨ। ਥਰਡ ਹੈਗੀਆਂ ਲਾਈਨਾਂ ਦੇਖੋ ਫਿਰ ਤੁਹਾਡੀਆਂ, ਤੁਹਾਡੇ ਘਰ ਭੈਣੇ ਤੇਰੀ ਮਾਂ ਤੋਂ ਡਰ ਲੱਗਦਾ, ਸਾਡੇ ਘਰ ਵੀ ਆ ਜਾਇਆ ਕਰੀਏ। ਵਾਰਤਾਲਾਪ ਕਿੰਨਾ ਵਿੱਚ ਬੋਲੇ ਗਏ ਹਨ, ਉਪਰੋਕਤ ਵਾਰਤਾਲਾਪ ਨਾਮੋ ਅਤੇ ਪੀਤੋ ਦੇ ਵਿਚਕਾਰ ਬੋਲੇ ਗਏ ਹਨ। ਨੈਕਸਟ ਹੈ ਕਿਸ ਦੀ ਮਾਂ ਤੋਂ ਕਿਸ ਨੂੰ ਡਰ ਲੱਗਦਾ ਹੈ, ਠੀਕ ਹੈ, ਤੇ ਕਿਉਂ। ਕਹਿੰਦੇ ਨਾਮੋ ਦੀ ਮਾਂ ਤੋਂ ਪੀਤੋ ਨੂੰ ਡਰ ਲੱਗਦਾ ਹੈ ਕਿਉਂਕਿ ਨਾਮੋ ਦੀ ਮਾਂ ਦਾ ਸੁਭਾਅ ਬਹੁਤ ਜਿਹੜਾ ਹੈਗਾ ਗੁੱਸੇ ਵਾਲਾ, ਇਸ ਲਈ ਪੀਤੋ ਨਾਮੋ ਦੇ ਘਰ ਜਾਣ ਤੋਂ ਕੀ ਹੈ, ਡਰਦੀ ਹੈ। ਕਿਸੇ ਦੇ ਘਰ ਜਾਣ ਦੀ ਗੱਲ ਹੋ ਰਹੀ ਹੈ, ਨਾਮੋ ਦੇ ਘਰ ਜਾਣ ਦੀ ਗੱਲ ਹੋ ਰਹੀ ਹੈ। ਨਾਮੋ ਨੂੰ ਪੀਤੋ ਨੂੰ ਕਿਹਾ ਕਿ ਸਾਡੇ ਘਰ ਭੈਣੇ ਚਰਖਾ ਕੱਤਿਆ ਕਰਾਂਗੇ। ਠੀਕ ਹੈ। ਉਹਨਾਂ ਦੇ ਦੂਜੇ ਘਰ ਕਿਉਂ ਜਾਣਾ ਸੀ, ਨਾਮੋ ਦੀ ਭਾਬੀ ਨੇ ਕਹਿੰਦੇ ਕੀ ਕਰਨਾ ਸੀ, ਬਾਗ ਲਾਉਣਾ ਸੀ। ਤੇ ਨਾਮੋ ਪੀਤੋ ਨੂੰ ਕਹਿੰਦੀ ਹੈ ਕਿ ਤੂੰ ਸਾਡੇ ਘਰ ਆ ਜਾਇਆ ਕਰੀ, ਅਸੀਂ ਰਲ ਕੇ ਚਰਖਾ ਕੱਤਿਆ ਕਰਾਂਗੀਆਂ। ਪਰ ਪੀਤੋ ਨੇ ਉਸ ਦਿਨ ਸਾਫ਼ ਇਨਕਾਰ ਕਰ ਦਿੱਤਾ ਕਿ ਨਾ ਭੈਣ ਤੂੰ ਸਾਡੇ ਘਰ ਹੀ ਆ ਜਾਇਆ ਕਰੀ, ਸਾਨੂੰ ਤੇਰੀ ਮਾਂ ਤੋਂ ਕੀ ਹੈ ਡਰ ਲੱਗਦਾ। ਫਿਰ ਕੁਝ ਹੋਰ ਪ੍ਰਸ਼ਨ ਹੈਗੇ ਨੇ, ਪੀਤੋ ਤੇ ਨਾਮੋ ਸੜਕ ਤੇ ਕਿਉਂ ਡਰਦੀਆਂ ਸਨ, ਕਿਉਂਕਿ ਉਸ ਜਰਨੈਲੀ ਸੜਕ ਸੁਨਸਾਨ ਸੀ। ਇਸ ਲਈ ਕਿਹਾ ਜਾਂਦਾ ਹੈ ਕਿ ਇੱਥੋਂ ਦੇ ਬਹੁਤ ਸਾਰੇ ਜਿਹੜੇ ਜਾਂਗਲੀ ਨੇ ਤੇ ਜਿਹੜੇ ਰਾਸ਼ੀ ਨੇ ਲੋਕ ਲੰਘਦੇ ਹਨ, ਨਿਆਣਿਆਂ ਨੂੰ ਫੜ ਕੇ ਲੈ ਜਾਂਦੇ ਹਨ। ਉਸ ਸਮੇਂ ਵੀ ਉਹ ਉੱਥੇ ਇਕੱਲੀਆਂ ਜਾ ਰਹੀਆਂ ਸਨ ਤੇ ਇਸ ਲਈ ਉਹ ਕੀ ਬਹੁਤ ਜ਼ਿਆਦਾ ਡਰ ਰਹੀਆਂ ਸਨ। ਪੱਤਾ ਕਹਾਣੀ ਦੇ ਪਾਤਰ ਕਿਹੜੇ ਕਿਹੜੇ ਹੈਗੇ ਨੇ, ਪੱਤਾ ਕਹਾਣੀ ਦੇ ਮੁੱਖ ਪਾਤਰ ਹਰਨਾਮ ਸਿੰਘ, ਨਾਮੋ, ਪੀਤੋ, ਨਾਮੋ ਦਾ ਪਿਓ ਤੇ ਬੁੱਢੀ ਔਰਤ। ਪੱਤਾ ਕਹਾਣੀ ਵਿੱਚ ਪੇਂਡੂ ਕਿਸਾਨੀ ਜੀਵਨ ਦਾ ਕਿਹੜਾ ਚਿੱਤਰ ਪੇਸ਼ ਕੀਤਾ ਗਿਆ, ਪੱਤਾ ਕਹਾਣੀ ਵਿੱਚ ਪੇਂਡੂ ਕਿਸਾਨੀ ਜੀਵਨ ਦੇ ਸਧਾਰਨ ਜੀਵਨ ਤੇ ਪਈ, ਪੱਤਾ ਕਹਾਣੀ ਇਸ ਪੇਂਡੂ ਕਿਸਾਨਾਂ ਦੇ ਸਧਾਰਨ ਜੀਵਨ ਤੇ ਪਾਈ ਗਈ ਹੈ। ਠੀਕ ਹੈ, ਝਾਕ ਪਾਈ ਗਈ ਹੈ ਤੇ ਜੋ ਕਿ ਅਥਾਹ ਮਿਹਨਤ, ਸਿੱਧੇ ਸੁਭਾਅ ਵਾਲੇ, ਸਾਦਾ ਜੀਵਨ, ਸਬਰ ਤੇ ਬਸਰ ਕਰਨ ਵਾਲੇ ਲੋਕ ਹੁੰਦੇ ਹਨ। ਬੱਚੇ ਇਹ ਰਿਟਨ ਅਸਾਈਨਮੈਂਟ ਮੈਂ ਤੁਹਾਨੂੰ ਦਊਂਗੀ ਤੇ ਇਸ ਸਟੋਰੀ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ ਅਤੇ ਇਸ ਅਸਾਈਨਮੈਂਟਸ ਦੇ ਜਿਹੜੇ ਕੁਐਸਚਨਸ ਹੈਗੇ ਨੇ ਫਿਰ ਨੋਟਬੁੱਕ ਤੇ ਕਰਨੇ ਨੇ। ਥੈਂਕਸ, ਹੈਵ ਅ ਨਾਈਸ ਡੇ।